हाँ जी बच्चों, ਹੁਣ ਸਾਡਾ ਉਹ ਰੁਕ ਗਿਆ ਉੱਧਰੋਂ। ਕੋਈ ਨਹੀਂ, ਚਲੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਵੇਖਦੇ ਹਾਂ ਕਿ ਕੰਪਿਊਟਰ ਦੇ ਵਿੱਚ ਸਾਡੇ ਕੋਲ ਕੁਝ ਸਿੱਖਣ ਦੇ ਲਈ ਜੇ ਤੁਸੀਂ ਬੇਸਿਕ ਕੰਪਿਊਟਰ ਦਾ ਕੋਰਸ ਕੁਛ ਵੀ ਤੁਹਾਨੂੰ ਕੰਪਿਊਟਰ ਬਾਰੇ ਕੋਈ ਵੀ ਨੌਲੇਜ ਨਹੀਂ ਹੈਗੀ ਹੈ ਤਾਂ ਤੁਸੀਂ ਕੀ ਕਰ ਸਕਦੇ ਹੋ। ਕੰਪਿਊਟਰ ਦੇ ਵਿੱਚ ਉਹ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਦੇ ਨਾਲ ਤੁਸੀਂ ਆਪਣਾ ਕੰਪਿਊਟਰ ਦੀ ਜਿਹੜੀ ਫੀਲਡ ਦੇ ਵਿੱਚ ਇੱਕ ਐਂਟਰੀ ਹੈਗੀ ਹੈ ਕੰਪਿਊਟਰ ਦੇ ਨਾਲ ਰਿਲੇਟ ਕਰ ਸਕਦੇ ਹੋ। ਤਾਂ ਉਹਦੇ ਲਈ ਕੁਝ ਬੇਸਿਕ ਸੌਫਟਵੇਅਰ ਨੇ। ਸੋ ਉਹਨਾਂ ਬੇਸਿਕ ਸੌਫਟਵੇਅਰ ਦੇ ਵਿੱਚ ਸਾਡੇ ਕੋਲ ਕੁਝ ਸੌਫਟਵੇਅਰ ਜਿਹੜੇ ਆਉਂਦੇ ਨੇ, ਮੈਂ ਉਹਨਾਂ ਦੇ ਬਾਰੇ ਆਪਾਂ ਇੱਕ ਇੱਕ ਕਰਕੇ ਸਿੱਖਾਂਗੇ ਕਿ ਕਿਹੜੇ ਕਿਹੜੇ ਸੌਫਟਵੇਅਰ ਦੇ ਵਿੱਚ ਚੀਜ਼ਾਂ ਕਿੱਦਾਂ ਵਰਤੀਆਂ ਜਾਂਦੀਆਂ ਨੇ। ਸੋ ਸਾਡੇ ਕੋਲ ਸਭ ਤੋਂ ਪਹਿਲਾਂ ਮੈਂ ਸਮਝਦਾ ਕਿ ਜੇ ਬੱਚੇ ਨੂੰ 2-3 ਸੌਫਟਵੇਅਰ ਆ ਜਾਣ, ਜਿੱਦਾਂ ਸਭ ਤੋਂ ਪਹਿਲਾਂ ਆਪਾਂ ਕਹਿੰਦੇ ਹਾਂ ਕਿ MS ਪੇਂਟ ਦੇ ਵਿੱਚ ਸਭ ਬੱਚੇ ਨੂੰ ਇੱਕ ਕਾਫੀ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਨੇ। ਤੇ ਉਸ ਦੇ ਵਿੱਚ ਸਾਡੇ ਕੋਲ ਜੇ ਦੇਖਿਆ ਜਾਵੇ ਪੇਂਟ ਹੈਗਾ, ਤੇ ਪੇਂਟ ਦੇ ਵਿੱਚ ਆਪਾਂ MS ਪੇਂਟ ਇੱਕ ਤਰ੍ਹਾਂ ਦਾ ਸੌਫਟਵੇਅਰ ਹੈਗਾ। ਬਟ ਅੱਜ ਆਪਾਂ ਜਿਹੜਾ ਸਿੱਖਣਾ ਹੈਗਾ ਉਹ ਹੈਗਾ ਨੋਟਪੈਡ ਤੋਂ। ਆਪਾਂ ਸ਼ੁਰੂਆਤ ਕਰਾਂਗੇ ਆਪਣੀ। ਜਿਹੜਾ ਸਾਡਾ ਸੌਫਟਵੇਅਰ ਹੈਗਾ ਉਹ ਜਿਹੜਾ ਵਿੰਡੋਜ਼ ਦੇ ਵਿੱਚ ਅਵੇਲੇਬਲ ਹੈਗਾ ਨੋਟਪੈਡ। ਸੋ ਅਸੀਂ ਨੋਟਪੈਡ ਦੇ ਬਾਰੇ ਇਨਫੋਰਮੇਸ਼ਨ ਲਵਾਂਗੇ। ਤੇ ਮੈਂ ਚਾਹੁੰਦਾ ਕਿ ਮੇਰੀ ਇਹ ਇੱਛਾ ਹੈਗੀ ਹੈ ਕਿ ਜਿਹੜਾ ਬੱਚੇ ਨੇ ਇੱਕ ਸੌਫਟਵੇਅਰ ਜੋ ਵੀ ਅਸੀਂ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ ਉਸ ਸੌਫਟਵੇਅਰ ਬਾਰੇ ਬੱਚੇ ਨੂੰ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈਗੀ ਹੈ ਤੇ ਉਹ ਬੱਚੇ ਨੂੰ ਪਤਾ ਲੱਗੇ ਕਿ ਇਹ ਸੌਫਟਵੇਅਰ ਕੀ ਹੁੰਦਾ ਹੈ। ਸੋ ਸਾਡਾ ਥੋੜ੍ਹਾ ਜਿਹਾ ਲੰਮਾ ਲੈਕਚਰ ਚੱਲ ਸਕਦਾ ਹੈਗਾ। ਸੋ ਇਹਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਕੋਲ ਫਿਰ ਸਾਨੂੰ ਮੈਨੂੰ ਲੱਗਦਾ ਸਾਡਾ ਵੀਡੀਓ ਪਾਜ਼ ਕਰਨੀ ਪਊਗੀ। ਤੇ ਸਾਡੇ ਕੋਲ ਨੋਟਪੈਡ ਸੌਫਟਵੇਅਰ ਹੈਗਾ। ਤੇ ਹੁਣ ਅਸੀਂ ਕੀ ਕਰਾਂਗੇ, ਇਸ ਨੋਟਪੈਡ ਬਾਰੇ ਮੈਂ ਚਾਹਾਂਗਾ ਕਿ ਤੁਹਾਨੂੰ ਪ੍ਰੋਪਰ ਡਿਟੇਲ ਜਿਹੜੀ ਹੈਗੀ ਹੈ ਉਹ ਪਤਾ ਹੋਣੀ ਚਾਹੀਦੀ ਹੈਗੀ ਹੈ ਕਿ ਇਸ ਸੌਫਟਵੇਅਰ ਦਾ ਨਾਮ ਕੀ ਹੈ, ਉਸ ਦਾ ਕੰਮ ਕੀ ਹੈ, ਤੇ ਉਹ ਸੌਫਟਵੇਅਰ ਨੂੰ ਆਪਾਂ ਕਿੱਦਾਂ ਸ਼ੁਰੂ ਕਰ ਸਕਦੇ ਹਾਂ ਤੇ ਕਿੱਦਾਂ ਉਸ ਨੂੰ ਬੰਦ ਕਰਨਾ, ਉਸ ਦੀ ਵਿੰਡੋ ਦੇ ਕਿਹੜੇ ਕਿਹੜੇ ਭਾਗ ਹੁੰਦੇ ਨੇ। ਇਹ ਚੀਜ਼ਾਂ ਤੁਹਾਨੂੰ ਪ੍ਰੋਪਰ ਪਤਾ ਹੋਣੀਆਂ ਚਾਹੀਦੀਆਂ ਨੇ। ਕਿਹੜੀਆਂ ਕਿਹੜੀਆਂ ਆਪਸ਼ਨਾਂ ਨੇ, ਉਹ ਸੌਫਟਵੇਅਰ ਕਿਸ ਕੰਮ ਲਈ ਵਰਤਿਆ ਜਾਂਦਾ। ਸੋ ਸਾਡੇ ਕੋਲ ਸੌਫਟਵੇਅਰ ਜਿਹੜੀ ਦੀ ਮੈਂ ਗੱਲ ਕਰ ਰਿਹਾ ਉਹ ਨੋਟਪੈਡ ਹੈਗਾ। ਮੇਰੇ ਕੋਲ ਥੋੜੀ ਜਿਹੀ ਉਹਦੀ ਬੇਸਿਕ ਡਿਟੇਲ ਦੀ ਇੱਕ ਫਾਈਲ ਤਿਆਰ ਕੀਤੀ ਹੋਈ ਹੈਗੀ ਹੈ। ਸੋ ਆਪਾਂ ਉਹ ਫਾਈਲ ਵੇਖਦੇ ਹਾਂ ਕੀ ਹੈ। ਸੋ ਇਹ ਫਾਈਲ ਤੁਸੀਂ ਦੇਖੋਗੇ ਤਾਂ ਇਸ ਫਾਈਲ ਦੇ ਵਿੱਚ ਆਪਾਂ ਲਿਖਿਆ ਹੈਗਾ ਨੋਟਪੈਡ ਬਾਰੇ ਇਨਫੋਰਮੇਸ਼ਨ ਹੈਗੀ ਹੈ ਕਿ ਕਹਿੰਦਾ ਨੋਟਪੈਡ ਇੱਕ ਸਭ ਤੋਂ ਸਾਡਾ ਬੇਸਿਕ ਸਾਡੀ ਜਿਹੜੀ ਆਪਾਂ ਮੰਨ ਕੇ ਚੱਲੋ ਤੁਹਾਡੀ ਜਿਹੜੀ ਨੋਟਪੈਡ ਹੁੰਦੀ ਹੈਗੀ ਆਪਾਂ ਜਿਹਦੇ ਵਿੱਚ ਨੋਟਸ ਆਪਣੇ ਇਕੱਠੇ ਕਰਕੇ ਰੱਖਦੇ ਹਾਂ, ਇਹ ਉਸੇ ਤਰੀਕੇ ਨਾਲ ਕੰਮ ਆਉਂਦਾ ਹੈਗਾ। ਜਿਵੇਂ ਅਸੀਂ ਆਪਣੀਆਂ ਕਾਪੀਆਂ ਦੇ ਵਿੱਚ ਕੁਝ ਨੋਟਸ ਬਣਾ ਲੈਂਦੇ ਹਾਂ, ਪੈਨਸਲ ਨਾਲ ਲਿਖ ਲਏ, ਪੈਨ ਨਾਲ ਲਿਖ ਲਏ, ਬੇਸਿਕ ਜਿਹੇ ਨੋਟਸ, ਉਹਨਾਂ ਦੇ ਲਈ ਆਪਾਂ ਜਿੱਦਾਂ ਹੁਣ ਤੁਸੀਂ ਮੰਨ ਸਕਦੇ ਹੋ ਕਿ ਤੁਹਾਡੀ ਡਰਾਇੰਗ ਫਾਈਲ ਤੇ ਤੁਹਾਡੀ ਨੋਟਬੁੱਕ ਦੇ ਵਿੱਚ ਕੋਈ ਫਰਕ ਹੁੰਦਾ ਹੈ। ਮੰਨਦੇ ਹੋ ਨਾ ਬੱਚਿਓ? ਤੁਹਾਡੀ ਜਿਹੜੀ ਡਰਾਇੰਗ ਹੈਗੀ ਹੈ ਇੱਕ ਡਰਾਇੰਗ ਦੀ ਫਾਈਲ ਹੈਗੀ ਹੈ ਤੇ ਇੱਕ ਤੁਹਾਡੀ ਜਿਹੜੀ ਨੋਟਪੈਡ ਹੈਗੀ ਹੈ ਜਿਹਦੇ ਵਿੱਚ ਤੁਸੀਂ ਆਪਣੇ ਕੋਈ ਇੰਗਲਿਸ਼ ਦੇ ਨੋਟਸ ਤਿਆਰ ਕਰਦੇ ਹੋ। ਦੋਵਾਂ 'ਚ ਫਰਕ ਹੁੰਦਾ ਨਾ? ਹੁੰਦਾ ਹੈ ਨਾ? ਬੋਲਣਾ। ਹਾਂ, ਉਹਦੇ 'ਚ ਫਰਕ ਹੈਗਾ। ਮਤਲਬ ਡਰਾਇੰਗ ਵਾਲੀ ਚੀਜ਼ ਦੇ ਵਿੱਚ ਡਰਾਇੰਗ ਕਰਦੇ ਹਾਂ ਤੇ ਨੋਟਸ ਵਾਲੀ ਦੇ ਵਿੱਚ ਆਪਾਂ ਸਿੰਪਲ ਲਿਖਦੇ ਹਾਂ, ਉਹਦੇ 'ਚ ਤਸਵੀਰਾਂ ਘੱਟ ਹੁੰਦੀਆਂ ਨੇ। ਤੇ ਜੇ ਆਪਾਂ ਡਰਾਇੰਗ ਫਾਈਲ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਕੀ ਹੋਊਗਾ, ਜ਼ਿਆਦਾ ਲਿਖਿਆ ਘੱਟ ਹੋਊਗਾ ਤੇ ਤਸਵੀਰਾਂ ਵੱਧ ਹੋਣਗੀਆਂ ਬਣਾਈਆਂ ਹੋਈਆਂ। ਸੋ ਜਿਹੜਾ ਨੋਟਪੈਡ ਹੈਗਾ ਉਹ ਇੱਕ ਤਰ੍ਹਾਂ ਨਾਲ ਟੈਕਸਟ ਐਡੀਟਰ ਹੈਗਾ। ਆਪਾਂ ਇਹਦੇ ਬਾਰੇ ਪੜ੍ਹਦੇ ਹਾਂ। ਕਹਿੰਦਾ ਨੋਟਪੈਡ ਇਜ਼ ਅ ਸਿੰਪਲ ਟੈਕਸਟ ਐਡੀਟਰ ਫॉर ਮਾਈਕਰੋਸੌਫਟ ਵਿੰਡੋਜ਼। ਇਹ ਇੱਕ ਸਿੰਪਲ ਸਧਾਰਨ ਜਿਹਾ ਟੈਕਸਟ ਐਡੀਟਰ ਹੈਗਾ। ਟੈਕਸਟ ਐਡੀਟਰ ਦਾ ਮਤਲਬ ਹੁੰਦਾ, ਟੈਕਸਟ ਮੀਨਸ ਜੋ ਸਾਡੇ ਸਾਹਮਣੇ ਲਿਖਿਆ ਗਿਆ ਕੋਈ ਵੀ ਸ਼ਬਦ ਹੈਗਾ ਉਸ ਨੂੰ ਆਪਾਂ ਟੈਕਸਟ ਕਹਿ ਦਿੰਦੇ ਹਾਂ। ਐਡੀਟਰ ਦਾ ਮਤਲਬ ਹੁੰਦਾ ਹੈਗਾ ਉਹ ਐਪਲੀਕੇਸ਼ਨ, ਉਹ ਸੌਫਟਵੇਅਰ ਜਿਸ ਦੇ ਵਿੱਚ ਟੈਕਸਟ ਦੀ ਐਡੀਟਿੰਗ ਕੀਤੀ ਜਾ ਸਕਦੀ ਹੈ। ਟੈਕਸਟ ਮੀਨਸ ਜੋ ਸਾਡੇ ਸਾਹਮਣੇ ਲਿਖਿਆ ਹੋਇਆ ਕੋਈ ਵੀ ਸ਼ਬਦ ਹੈਗਾ ਉਸ ਨੂੰ ਆਪਾਂ ਟੈਕਸਟ ਕਹਿ ਸਕਦੇ ਹਾਂ। ਫੋਰ ਐਗਜ਼ਾਮਪਲ ਇਹ ਜਿਹੜਾ ਹੈਗਾ ਸਾਡੇ ਕੋਲ ਇਹ ਸਾਰੇ ਦੇ ਸਾਰੇ ਟੈਕਸਟ ਹੈਗੇ ਨੇ। ਤੇ ਐਡੀਟਰ ਉਹ ਸੌਫਟਵੇਅਰ ਹੈਗਾ ਜਿਸ ਦੇ ਵਿੱਚ ਅਸੀਂ ਇਹਨਾਂ ਲਿਖੇ ਹੋਏ ਅੱਖਰਾਂ ਦੇ ਵਿੱਚ ਕੁਝ ਐਡਿਟ ਕਰ ਸਕਦੇ ਹਾਂ, ਕੋਈ ਐਡੀਟਿੰਗ ਕਰ ਸਕਦੇ ਹਾਂ, ਕੁਝ ਵੀ ਸ਼ਬਦ ਅਸੀਂ ਕੱਟਣਾ ਹੈ, ਵੱਢਣਾ ਹੈ, ਸਪੈਲਿੰਗ ਮਿਸਟੇਕ ਹੈਗੀ ਹੈ ਉਹ ਠੀਕ ਕਰਨੀ ਹੈ। ਤਾਂ ਜਿਹੜਾ ਸੌਫਟਵੇਅਰ ਸਾਨੂੰ ਇਹ ਕੰਮ ਕਰਨ ਦੀ ਆਗਿਆ ਦਿੰਦਾ ਹੈਗਾ ਉਸ ਨੂੰ ਅਸੀਂ ਕਹਿ ਦਿੰਦੇ ਹਾਂ ਇੱਕ ਸਿੰਪਲ ਟੈਕਸਟ ਐਡੀਟਰ ਜਾਂ ਬੇਸਿਕ ਟੈਕਸਟ ਐਡੀਟਰ। ਸੋ ਕਹਿੰਦਾ ਇਟ ਇਜ਼ ਬੇਸਿਕ ਟੈਕਸਟ ਐਡੀਟਿੰਗ ਪ੍ਰੋਗਰਾਮ ਮੀਨਸ ਇੱਥੇ ਮੰਨ ਕੇ ਚੱਲਣਾ ਕਿ ਬੇਸਿਕ ਟੈਕਸਟ ਐਡੀਟਿੰਗ ਸੌਫਟਵੇਅਰ ਕਹਿ ਸਕਦੇ ਹੋ, ਐਪਲੀਕੇਸ਼ਨ ਕਹਿ ਸਕਦੇ ਹੋ, ਐਪ ਕਹਿ ਸਕਦੇ ਹੋ, ਪ੍ਰੋਗਰਾਮ ਕਹਿ ਸਕਦੇ ਹੋ। ਉਹ ਸਾਡੀ ਮਰਜ਼ੀ ਹੈਗੀ ਹੈ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਸੇ ਵੀ ਸੌਫਟਵੇਅਰ ਨੂੰ। ਤੁਸੀਂ ਇਹ ਲੇਟੈਸਟ ਵਰਜ਼ਨ ਜਿੱਦਾਂ ਅੱਜ ਕੱਲ੍ਹ ਐਪਲੀਕੇਸ਼ਨਾਂ ਕਹਿ ਦਿੰਦੇ ਹੈਗੇ ਆ। ਸੋ ਸੌਫਟਵੇਅਰ ਵੀ ਕਹਿੰਦੇ ਆਪਾਂ। ਇਹ ਇੱਕ ਬੇਸਿਕ ਐਡੀਟਿੰਗ ਸੌਫਟਵੇਅਰ ਹੈ, ਪ੍ਰੋਗਰਾਮ ਹੈ, ਐਪ ਹੈ, ਐਪਲੀਕੇਸ਼ਨ ਹੈਗੀ ਹੈ। ਸੋ ਕਹਿੰਦਾ ਇਟ ਇਨੇਬਲ ਕੰਪਿਊਟਰ ਯੂਜ਼ਰ ਟੂ ਕ੍ਰੀਏਟ, ਸੇਵ, ਓਪਨ, ਪ੍ਰਿੰਟ ਡਾਕੂਮੈਂਟਸ। ਕਹਿੰਦਾ ਜਿਹੜਾ ਨੋਟਪੈਡ ਹੈਗਾ ਇਹਦੇ ਵਿੱਚ ਅਸੀਂ ਕੀ ਕੁਝ ਕਰ ਸਕਦੇ ਹਾਂ। ਨੋਟਪੈਡ ਦੇ ਵਿੱਚ ਕੀ ਕਰ ਸਕਦੇ ਹਾਂ ਅਸੀਂ, ਕੋਈ ਵੀ ਜਿਹੜਾ ਸਾਡਾ
ਸਿੰਪਲ ਫਾਈਲ ਹੈਗੀ ਹੈ, ਸਿੰਪਲ ਡਾਕੂਮੈਂਟ ਹੈਗਾ। ਕੰਪਿਊਟਰ ਦੇ ਵਿੱਚ ਆਪਾਂ ਇੱਕ ਆਪਣਾ ਉਹਨੂੰ ਕ੍ਰੀਏਟ ਕਰ ਸਕਦੇ ਹਾਂ, ਨਵੀਂ ਫਾਈਲ ਬਣਾ ਸਕਦੇ ਹਾਂ, ਸੇਵ ਕਰ ਸਕਦੇ ਹਾਂ, ਓਪਨ ਕਰ ਸਕਦੇ ਹਾਂ ਤੇ ਪ੍ਰਿੰਟ ਕਰ ਸਕਦੇ ਹਾਂ ਉਹ ਡਾਕੂਮੈਂਟ ਨੂੰ। ਕਹਿੰਦਾ ਇਟ ਵਾਜ਼ ਫਸਟ ਰਿਲੀਜ਼ਡ ਐਜ਼ ਏ ਮਾਊਸ ਬੇਸਡ MS DOS ਪ੍ਰੋਗਰਾਮ ਇਨ 1983। ਸੋ ਸਭ ਤੋਂ ਪਹਿਲਾਂ ਕਹਿੰਦਾ ਇਹ ਜਿਹੜਾ ਮਾਊਸ ਬੇਸਡ, ਪਹਿਲਾਂ ਇਹਨਾਂ ਦੇ ਵਿੱਚ ਮਾਊਸ ਨਹੀਂ ਵਰਤਿਆ ਜਾਂਦਾ ਸੀਗਾ, ਅੱਜ ਕੱਲ੍ਹ ਮਾਊਸ ਬੇਸਡ ਇਹ ਆ ਰਹੇ ਨੇ ਤੇ ਇਹ 1983 ਦੇ ਵਿੱਚ ਲਾਂਚ ਕੀਤਾ ਗਿਆ ਸੀਗਾ। and has been included in all versions of the Microsoft Windows since Windows 1.0 and 1985। ਤੇ ਇਹ ਦੇਖੋ ਕਹਿੰਦਾ ਉਸ ਤੋਂ ਬਾਅਦ ਜਿਹੜਾ ਵਿੰਡੋਜ਼ ਦੇ ਵਰਜ਼ਨ ਬਹੁਤ ਆਏ ਨੇ, ਵਿੰਡੋ 1.0 ਤੋਂ ਸ਼ੁਰੂ ਹੋਇਆ ਹੈਗਾ, ਉਹਦੇ ਵਿੱਚ ਵਿੰਡੋ ਦੇ ਵਿੱਚ ਇਹ ਸੌਫਟਵੇਅਰ ਇਨਕਲੂਡ ਕਰ ਦਿੱਤਾ ਗਿਆ ਸੀਗਾ। ਆਪਾਂ ਪਾਣੀ ਪੀ ਲਈਏ ਥੋੜਾ ਜਿਹਾ। ਕੀ ਕਹਿੰਦਾ ਹੈਗਾ ਕਿ ਜਿਹੜਾ ਇਹ ਸੌਫਟਵੇਅਰ ਹੈਗਾ MS ਵਿੰਡੋਜ਼ ਦੇ ਵਿੱਚ ਇਨਕਲੂਡ ਕਰ ਦਿੱਤਾ ਗਿਆ ਸੀਗਾ। ਸੋ ਤੁਹਾਡੇ ਲਈ ਮੈਂ ਇਹ ਗੱਲ ਦੱਸਣੀ, ਇਹਦੇ 'ਚ ਸਾਡੇ ਕੋਲ ਅੱਗੇ ਆਊਗਾ ਵੀ ਇਹ। ਕਹਿੰਦੇ ਜਿਹੜਾ ਅਸੀਂ ਸੌਫਟਵੇਅਰ ਅੱਜ ਵਰਤਣਾ ਕੀ ਹੈਗਾ ਉਹਦਾ ਇਨਫੋਰਮੇਸ਼ਨ ਨੋਟਪੈਡ ਐਪਲੀਕੇਸ਼ਨ ਦੇ ਬਾਰੇ। ਕਹਿੰਦਾ ਨੇਮ ਆਫ ਸੌਫਟਵੇਅਰ ਸਾਡੇ ਦਾ ਕੀ ਹੈਗਾ, ਬੋਲਣਾ ਨੋਟਪੈਡ। ਕਹਿੰਦਾ ਨੇਮ ਆਫ ਕੰਪਨੀ ਹੂ ਡਿਵੈਲਪਡ ਸੌਫਟਵੇਅਰ, ਇਹ ਮਾਈਕਰੋਸੌਫਟ ਦਾ ਡਿਵੈਲਪ ਕੀਤਾ ਹੋਇਆ ਹੈਗਾ। ਤੇ ਉਸ ਤੋਂ ਬਾਅਦ ਕਹਿੰਦਾ ਲੇਟੈਸਟ ਵਰਜ਼ਨ, ਇਹ ਜਿਹੜਾ ਮੇਰੇ ਕੋਲ ਵਰਜ਼ਨ ਲਿਖਿਆ ਹੋਇਆ ਹੈਗਾ ਇੱਥੇ ਵਰਜ਼ਨ 109, ਜਿਹੜਾ OS ਬਿਲਡ ਹੈਗੀ ਇਹਦੇ 183.63.900। ਇਹ ਮੇਰੇ ਕੋਲ ਵਿੰਡੋ 10 ਦੇ ਵਿੱਚ ਜਿਹੜਾ ਨੋਟਪੈਡ ਅਵੇਲੇਬਲ ਹੈਗਾ ਉਸ ਦਾ ਵਰਜ਼ਨ ਹੈਗਾ। ਤੇ ਤੁਸੀਂ ਦੂਜੇ ਵਰਜ਼ਨ ਜਿਹੜੇ ਚੈੱਕ ਕਰੋਗੇ ਤਾਂ ਉਹਨਾਂ ਦੇ ਵਿੱਚ ਇਹ ਵਰਜ਼ਨ ਹੋਰ ਆਊਗਾ, ਉਹ ਤੁਸੀਂ ਨੋਟ ਕਰ ਸਕਦੇ ਹੋ। ਵਿੰਡੋ 7, ਵਿੰਡੋ 8, ਵਿੰਡੋ 98, ਵਿੰਡੋ 95 ਦੇ ਵਿੱਚ ਜਿਹੜਾ ਨੋਟਪੈਡ ਸਾਨੂੰ ਅਵੇਲੇਬਲ ਹੈਗਾ ਉਸ ਦਾ ਜਿਹੜਾ ਇਹ ਵਰਜ਼ਨ ਹੈਗਾ ਇੱਥੇ ਸਾਡੇ ਕੋਲ, ਉਹ ਕੀ ਹੋਊਗਾ, ਚੇਂਜ ਹੋਊਗਾ, ਉਹ ਕੁਝ ਹੋਰ ਹੋਊਗਾ। ਉਹ ਤੁਸੀਂ ਚੈੱਕ ਕਰ ਸਕਦੇ ਹੋ ਜਿਹੜੇ ਆਪਰੇਟਿੰਗ ਸਿਸਟਮ ਦੇ ਉੱਤੇ ਤੁਸੀਂ ਕੰਮ ਕਰ ਰਹੇ ਹੋਵੋਗੇ। ਸੋ ਨੈਕਸਟ ਹੈਗਾ ਕਹਿੰਦਾ ਇਸ ਕੰਮ ਦਾ ਵਰਕ ਕੀ ਹੈਗਾ, ਇਹ ਕੀ ਕਰਦਾ, ਸਿੰਪਲ ਬੇਸਿਕ ਟੈਕਸਟ ਐਡੀਟਰ ਹੈਗਾ ਤੇ ਟੈਕਸਟ ਐਡੀਟਿੰਗ ਦਾ ਇਹ ਕੰਮ ਕਰਦਾ ਹੈਗਾ। ਇਸ ਦਾ ਕੰਮ ਕੀ ਹੈਗਾ, ਬੋਲੋ, ਟੈਕਸਟ ਐਡੀਟਿੰਗ। ਬੇਸਿਕ ਟੈਕਸਟ ਐਡੀਟਰ ਹੈ, ਟੈਕਸਟ ਐਡੀਟਿੰਗ ਦਾ ਇਹ ਕੰਮ ਕਰਦਾ, ਬੇਸਿਕ ਜਾਂ ਸਿੰਪਲ। ਦੂਜੀ ਗੱਲ ਆ ਜਾਂਦੀ ਹੈਗੀ ਹੈ ਕਿ ਕੀ ਇਸ ਸੌਫਟਵੇਅਰ ਨੂੰ ਆਪਾਂ ਖਰੀਦਣਾ ਪੈਂਦਾ ਜਾਂ ਇਹ ਫ੍ਰੀ ਦੇ ਵਿੱਚ ਮਿਲਦਾ ਸਾਨੂੰ। ਤਾਂ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਸੌਫਟਵੇਅਰ ਦੀ ਕੈਟਾਗਰੀਜ਼ ਹੁੰਦੀਆਂ ਨੇ ਬਣੀਆਂ ਹੋਈਆਂ, ਹਾਲਾਂਕਿ ਇਹ ਮਾਈਕਰੋਸੌਫਟ ਦੇ ਸਾਰੇ ਸੌਫਟਵੇਅਰ ਪੇਡ ਹੀ ਹੁੰਦੇ ਨੇ, ਬਟ ਜਿਹੜਾ ਇਹ ਸੌਫਟਵੇਅਰ ਹੈਗਾ ਇੱਕ ਤਰ੍ਹਾਂ ਨਾਲ ਜਦੋਂ ਤੁਸੀਂ ਆਪਣਾ ਆਪਰੇਟਿੰਗ ਸਿਸਟਮ ਲੈਣੇ ਹੋ, ਪਰਚੇਜ਼ ਕਰਦੇ ਹੋ, ਤਾਂ ਇਹ ਉਹਦੇ ਵਿੱਚ ਤੁਹਾਨੂੰ ਫ੍ਰੀ ਤੋਂ ਮਿਲਦਾ ਹੈਗਾ। ਸੋ ਇਸ ਨੂੰ ਪਰਚੇਜ਼ ਕਰਨ ਦੀ ਲੋੜ ਨਹੀਂ ਪੈਂਦੀ, ਇਹ ਫ੍ਰੀ ਸੌਫਟਵੇਅਰ ਹੈਗਾ ਸਾਡਾ। ਉਸ ਤੋਂ ਬਾਅਦ ਹੈਗਾ ਸਾਡੇ ਕੋਲ ਇੰਸਟਾਲੇਸ਼ਨ ਆਫ ਸੌਫਟਵੇਅਰ। ਕਹਿੰਦਾ ਇਟ ਇਜ਼ ਪ੍ਰੀ ਇੰਸਟਾਲਡ ਸੌਫਟਵੇਅਰ ਸੋ ਨੋ ਨੀਡ ਇੰਸਟਾਲੇਸ਼ਨ। ਸੋ ਇਹ ਸਾਡੇ ਕੋਲ ਸਭ ਤੋਂ ਆਪਣੇ ਆਪ ਇੰਸਟਾਲ ਕੀਤਾ ਹੋਇਆ ਸੌਫਟਵੇਅਰ ਵਿੰਡੋ ਦੇ ਵਿੱਚ ਹੋ ਜਾਂਦਾ ਹੈਗਾ। ਸੋ ਇਸ ਕਰਕੇ ਇਹਨੂੰ ਆਪਾਂ ਕੋਈ ਇੰਸਟਾਲੇਸ਼ਨ ਦੀ ਲੋੜ ਨਹੀਂ ਹੈਗੀ। ਅਨਇੰਸਟਾਲੇਸ਼ਨ ਆਫ ਸੌਫਟਵੇਅਰ ਕਹਿੰਦਾ ਮੋਸਟਲੀ ਨੋ ਨੀਡ ਅਨਇੰਸਟਾਲੇਸ਼ਨ। ਇਸ ਐਪਲੀਕੇਸ਼ਨ ਦੀ ਸਾਨੂੰ ਲਗਭਗ ਬਹੁਤ ਘੱਟ ਜ਼ਰੂਰਤ ਪੈਂਦੀ ਹੈ ਕਿ ਇਹਨੂੰ ਇੰਸਟਾਲ ਜਾਂ ਅਨਇੰਸਟਾਲ ਕਰਨਾ ਪਵੇ, ਬਟ ਜਦੋਂ ਕੋਈ ਜ਼ਿਆਦਾ ਟੈਕਨੀਕਲ ਪ੍ਰੋਬਲਮ ਆ ਜਾਵੇ ਤਾਂ ਅਸੀਂ ਉਹ ਵੀ ਕਰ ਸਕਦੇ ਹਾਂ। ਸੋ ਇਹ ਚੀਜ਼ਾਂ ਤੁਸੀਂ ਧਿਆਨ ਰੱਖਣੀਆਂ ਨੇ। ਤੇ ਉਸ ਤੋਂ ਬਾਅਦ ਜਦੋਂ ਆਪਾਂ ਕਿਸੇ ਸੌਫਟਵੇਅਰ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਕਿਹੜੀਆਂ ਚੀਜ਼ਾਂ ਹੋਰ ਉਹਦੇ ਬਾਰੇ ਪਤਾ ਹੋਣੀ ਚਾਹੀਦੀਆਂ ਨੇ। ਕਹਿੰਦਾ ਵਿੰਡੋਜ਼ ਦੇ ਪਾਰਟ, ਇਹ ਆਪਾਂ ਹੁਣ ਜਦੋਂ ਉਹਨੂੰ ਲਾਂਚ ਕਰਦੇ ਹਾਂ ਫਿਰ ਮੈਂ ਕੱਲਾ ਪਾਰਟ ਉਹ ਦੱਸਾਂਗਾ ਤੁਹਾਨੂੰ। ਕਹਿੰਦਾ ਸ਼ੋਨ ਇਨ ਸਕਰੀਨ ਦੇ ਵਿੱਚ ਸਾਡੀ ਵਿੰਡੋ ਆਪਾਂ ਇੱਕ ਟਾਈਟਲ ਬਾਰ ਹੁੰਦਾ, ਵਰਕਿੰਗ ਏਰੀਆ, ਸਟੇਟਸ ਬਾਰ ਹੈ, ਸਕਰੋਲ ਬਾਰ ਹੈਗੇ ਹੈ, ਵਰਟੀਕਲ ਐਂਡ ਹੋਰੀਜ਼ੋਨਟਲ। ਇਹ ਸਾਰੀਆਂ ਆਪਾਂ ਹੁਣੇ ਨੋਟ ਕਰਨੀਆਂ ਨੇ, ਇਹ ਕੀ ਚੀਜ਼ਾਂ ਹੁੰਦੀਆਂ ਨੇ। ਤੇ ਇੱਕ ਹੁੰਦਾ ਹੈਗਾ ਫਾਈਲ ਫੋਰਮੈਟ, ਜਾਂ ਇੱਕ ਸੌਫਟਵੇਅਰ ਦਾ ਉਸ ਦੀ ਐਕਸਟੈਂਸ਼ਨ ਹੁੰਦੀ ਹੈਗੀ ਹੈ। ਓਕੇ, ਸੋ ਉਸ ਐਕਸਟੈਂਸ਼ਨ ਨੂੰ ਆਪਾਂ ਦੇਖਦੇ ਹਾਂ ਕਿ ਕੀ ਹੁੰਦੀ ਹੈਗੀ ਆ। ਸਪੋਰਟਡ ਫਾਈਲ ਫਾਰਮੈਟ ਤੇ ਇੱਕ ਹੈਗਾ ਸਾਡਾ ਡਿਫਾਲਟ ਫਾਈਲ ਫਾਰਮੈਟ, ਜਾਂ ਇਹਨੂੰ ਆਪਾਂ ਡਿਫਾਲਟ ਵੀ ਕਹਿ ਸਕਦੇ ਹਾਂ। ਡਿਫਾਲਟ ਫਾਈਲ ਫਾਰਮੈਟ ਤੇ ਇੱਕ ਸਪੋਰਟਡ ਫਾਈਲ ਫਾਰਮੈਟ। ਜਦੋਂ ਕੋਈ ਵੀ ਸੌਫਟਵੇਅਰ ਹੁੰਦਾ ਸਾਡੇ ਕੋਲ ਤਾਂ ਉਸ ਦੀ ਇੱਕ ਖਾਸੀਅਤ ਹੁੰਦੀ ਹੈਗੀ ਹੈ ਕਿ ਇੱਕ ਤਾਂ ਜਿਹੜੀਆਂ ਉਸ ਦੇ ਵਿੱਚ ਬਣਨ ਵਾਲੀਆਂ ਫਾਈਲਾਂ ਦਾ ਫਾਈਲ ਫਾਰਮੈਟ ਹੈਗਾ ਜੋ ਕਿ ਕੰਪਿਊਟਰ ਆਪਣੇ ਆਪ ਦੇ ਦਿੰਦਾ ਹੈ, ਉਸ ਨੂੰ ਆਪਾਂ ਕਹਿੰਦੇ ਹਾਂ, ਕੀ ਕਹਿੰਦੇ ਆ ਉਸ ਨੂੰ, ਡਿਫਾਲਟ ਫਾਈਲ ਫਾਰਮੈਟ, ਜਾਂ ਐਕਸਟੈਂਸ਼ਨ ਉਸ ਦੀ। ਉਸ ਸੌਫਟਵੇਅਰ ਦੇ ਵਿੱਚ ਬਣਨ ਵਾਲੀਆਂ ਫਾਈਲਾਂ ਦੀ ਐਕਸਟੈਂਸ਼ਨ ਹੋਗੀ। ਜੋ ਵੀ ਤੁਸੀਂ ਕੰਪਿਊਟਰ ਦੇ ਵਿੱਚ ਆਪਣੀ ਬਣਾਈ ਹੋਈ ਫਾਈਲ ਹੈਗੀ ਹੈ ਉਸ ਦਾ ਜੋ ਨਾਮ ਦਿੰਦੇ ਹੋ, ਉਹ ਨਾਮ ਤੋਂ ਪਿੱਛੇ 3 ਅੱਖਰਾਂ ਦੀ 4 ਅੱਖਰਾਂ ਦੀ ਇੱਕ ਪਹਿਚਾਣ ਲੱਗ ਜਾਂਦੀ ਹੈ, ਜਿਸ ਨੂੰ ਆਪਾਂ ਕੀ ਕਹਿੰਦੇ ਆ, ਫਾਈਲ ਫਾਰਮੈਟ ਜਾਂ
ਐਕਸਟੈਂਸ਼ਨ